ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ-ਬਹੁਤ ਸਵਾਗਤ ਹੈ ਡੱਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ-ਬਹੁਤ ਧੰਨਵਾਦ। ਐਡੀ ਵੱਡੀ ਗਿਣਤੀ ਦੇ ਵਿੱਚ ਸਾਡੇ ਇਸ ਪ੍ਰੋਗਰਾਮ ਦੇ ਨਾਲ ਸਾਰੇ ਹਰ ਰੋਜ਼ ਜੁੜਦੇ ਨੇ। ਬਹੁਤ ਧੰਨਵਾਦ ਜੀ। ਡੱਲਾ ਜੀ, ਦਿੱਲੀ ਤੋਂ ਵੱਡੀ ਖਬਰ ਹੈ। ਕਹਿੰਦੇ ਕਿ ਦਿੱਲੀ ਵਿੱਚ ਅੱਜ ਤੋਂ ਸਰਕਾਰੀ ਦੁਕਾਨਾਂ ਤੋਂ ਜੋ ਹੈ ਸ਼ਰਾਬ ਵਿਕਿਆ ਕਰੇਗੀ ਤੇ ਦਿੱਲੀ ਦੇ ਜਿਹੜੇ ਪ੍ਰਾਈਵੇਟ ਠੇਕੇ ਨੇ ਉਹ ਅੱਜ ਤੋਂ ਬੰਦ ਹੋ ਜਾਣਗੇ। ਸੋ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਉੱਪਰ CBI ਦੀ ਜਾਂਚ ਚੱਲ ਰਹੀ ਹੈ। ਮਨੀਸ਼ ਸਿਸੋਦੀਆ ਤੇ ਕੇਸ ਵੀ ਦਰਜ ਹੋਇਆ। ਸੋ ਹੋਰ ਵੀ ਕਈਆਂ ਦੇ ਨਾਮ ਜੋ ਹੈ ਇਸ ਦੇ ਵਿੱਚ ਆਏ ਨੇ। ਸੋ ਬੜਾ ਵੱਡਾ ਵਿਵਾਦ ਜੋ ਹੈ ਸ਼ਰਾਬ ਪਾਲਿਸੀ ਦਿੱਲੀ ਦੀ ਬਣੀ ਹੀ ਹੋਈ ਹੈ ਤੇ ਅਜਿਹੇ ਵਿੱਚ ਕਿਸ ਤਰੀਕੇ ਨਾਲ ਵੇਖੋਗੇ ਔਰ ਕਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਦੀ ਚਰਚਾ ਤੁਸੀਂ ਇਸ ਵਿੱਚ ਸ਼ਾਮਿਲ ਕਰੋਗੇ? ਕਿਉਂਕਿ ਨਵਜੋਤ ਸਿੰਘ ਸਿੱਧੂ ਪੰਜਾਬ ਵਿੱਚ ਵੀ ਕੁਝ ਅਲੱਗ ਤਰ੍ਹਾਂ ਦੀ ਸ਼ਰਾਬ ਪਾਲਿਸੀ ਲਿਆਉਣਾ ਚਾਹੁੰਦੇ ਸੀ ਤੇ ਕਿਤੇ ਨਾ ਕਿਤੇ ਪੰਜਾਬ ਨੂੰ ਇੱਕ ਅਜਿਹੀ ਪਾਲਿਸੀ ਦੀ ਲੋੜ ਵੀ ਹੈ ਜਿਸ ਦੇ ਨਾਲ ਜੋ ਸਾਡਾ ਪੰਜਾਬ ਦਾ ਖਜ਼ਾਨਾ ਹੈ ਉਹ ਤਾਂ ਵਧੇ ਤੇ ਕਰਪਸ਼ਨ ਜੋ ਹੈ ਉਹ ਘਟੇ। ਹਰਜੋਤ ਜੀ, ਦਿੱਲੀ ਦੇ ਵਿੱਚ ਅੱਜ ਤੋਂ ਸਰਕਾਰੀ ਤੌਰ ਦੇ ਉੱਤੇ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਇਹ ਪਾਲਿਸੀ ਦਿੱਲੀ ਦੇ ਵਿੱਚ ਪਹਿਲਾਂ ਚੱਲਦੀ ਸੀ ਔਰ ਇਹ ਬੜੀ ਕਾਰਗਰ ਪਾਲਿਸੀ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਵੀਂ ਪਾਲਿਸੀ ਬਣਾਈ ਸੀ ਐਕਸਾਈਜ਼ ਦੀ 2021-2022 ਵਾਲੀ, ਔਰ ਹੁਣ 2021 ਤੇ 2022 ਦੀ ਜਿਹੜੀ ਪਾਲਿਸੀ ਹੈ ਉਹਨੂੰ ਬਦਲ ਕੇ ਪੁਰਾਣੀ ਪਾਲਿਸੀ ਨੂੰ ਬਹਾਲ ਕੀਤਾ ਜਾ ਰਿਹਾ ਹੈ। ਸੋ ਹੁਣ ਪੁਰਾਣੀ ਪਾਲਿਸੀ ਦੇ ਤਹਿਤ ਸਰਕਾਰੀ ਦੁਕਾਨਾਂ ਸ਼ਰਾਬ ਦੀਆਂ ਖੁੱਲ੍ਹਣਗੀਆਂ ਤੇ ਸਰਕਾਰੀ ਦੁਕਾਨਾਂ ਦੇ ਵਿੱਚ ਸ਼ਰਾਬ ਵਿਕੇਗੀ। ਇਲਜ਼ਾਮ ਆਮ ਆਦਮੀ ਪਾਰਟੀ ਦੇ ਉੱਪਰ ਇਹ ਬਹੁਤ ਲਾਏ ਗਏ ਕਿ ਜਿਹੜੀ ਨਵੀਂ ਉਹਨਾਂ ਨੇ ਐਕਸਾਈਜ਼ ਪਾਲਿਸੀ ਬਣਾਈ ਸੀ ਉਹਦੇ ਨਾਲ ਸੂਬੇ ਦੇ ਖਜ਼ਾਨੇ ਨੂੰ ਨੁਕਸਾਨ ਹੋਇਆ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਲਜ਼ਾਮ ਨੇ 100 ਕਰੋੜ ਤੋਂ ਵੱਧ ਦਾ ਜਿਹੜਾ ਪੈਸਾ ਹੈ ਕਹਿੰਦੇ ਉਹ ਸ਼ਰਾਬ ਦੇ ਕਾਰੋਬਾਰੀਆਂ ਦਾ ਮੋੜ ਦਿੱਤਾ ਗਿਆ ਜਾਂ ਉਹਨਾਂ ਨੂੰ ਮਾਫ ਕਰ ਦਿੱਤਾ ਗਿਆ। ਇਸ ਤਰੀਕੇ ਦੇ ਇਲਜ਼ਾਮ ਨੇ ਜਿਹੜੇ ਉਹ ਲੱਗਦੇ ਨੇ। ਆਮ ਆਦਮੀ ਪਾਰਟੀ ਇਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰਦੀ ਹੈ। ਪਰ ਮੈਂ ਤੁਹਾਨੂੰ ਇਹ ਦੱਸਾਂ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਦਿੱਲੀ ਦੇ ਚੀਫ ਸੈਕਟਰੀ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ LG ਨੂੰ ਚਿੱਠੀ ਲਿਖੀ ਕਿ ਸ਼ਰਾਬ ਦੀ ਜਿਹੜੀ ਪਾਲਿਸੀ ਹੈ, ਐਕਸਾਈਜ਼ ਦੀ ਪਾਲਿਸੀ ਹੈ, ਉਹਦੇ 'ਚ ਤਰੁੱਟੀਆਂ ਨੇ, ਉਹਦੇ 'ਚ ਉਹਨਾਂ ਨੇ ਗਲਤੀਆਂ ਦੇ ਸ਼ੰਕੇ ਪ੍ਰਗਟ ਕੀਤੇ ਤੇ ਆਪਣੀ ਰਿਪੋਰਟ LG ਨੂੰ ਭੇਜਤੀ। LG ਨੇ ਉਸ ਰਿਪੋਰਟ ਨੂੰ ਪੜ੍ਹਿਆ ਤੇ ਉਸ ਰਿਪੋਰਟ ਨੂੰ CBI ਨੂੰ ਭੇਜ ਦਿੱਤਾ ਔਰ CBI ਇਨਕੁਆਇਰੀ ਦੀ ਸਿਫਾਰਿਸ਼ ਕਰ ਦਿੱਤੀ। ਹੁਣ CBI ਨੇ ਉਸ ਤੋਂ ਬਾਅਦ 1 ਮਹੀਨਾ ਦੇ ਕਰੀਬ ਜਾਂਚ ਕੀਤੀ ਤੇ ਫਿਰ ਅਚਾਨਕ ਛਾਪੇਮਾਰੀ ਹੋਈ। ਮਨੀਸ਼ ਸਿਸੋਦੀਆ ਤੇ ਕੇਸ ਦਰਜ ਕੀਤਾ ਗਿਆ, ਉਹਨਾਂ ਦੇ ਲੋਕਰ ਵੀ ਚੈੱਕ ਕੀਤੇ ਗਏ। ਹਾਲਾਂਕਿ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਕੁਝ ਵੀ ਬਰਾਮਦ ਨਹੀਂ ਹੋਇਆ, ਪਰ CBI ਨੇ ਕਿਹਾ ਕਿ ਕਈ ਤਰ੍ਹਾਂ ਦੀਆਂ ਕਮੀਆਂ ਸਾਨੂੰ ਮਿਲੀਆਂ ਨੇ, ਅਸੀਂ ਕੇਸ ਦਰਜ ਕਰਦੇ ਹਾਂ। ਹੁਣ ਨਵੀਂ ਇਸ ਤੋਂ ਪਹਿਲਾਂ CBI ਦੇ ਛਾਪਿਆਂ ਤੋਂ ਪਹਿਲਾਂ ਹੀ ਦਿੱਲੀ ਦੀ ਸਰਕਾਰ ਨੇ ਪੁਰਾਣੀ ਪਾਲਿਸੀ ਨੂੰ ਬਹਾਲ ਕਰਨ ਦਾ ਐਲਾਨ ਕਰ ਦਿੱਤਾ ਸੀ ਤੇ ਨਵੀਂ ਪਾਲਿਸੀ ਰੋਕ ਦਿੱਤੀ ਸੀ। ਸੋ ਅੱਜ 1 ਅਕਤੂਬਰ ਹੈ। 1 ਅਕਤੂਬਰ ਤੋਂ ਪੁਰਾਣੀ ਪਾਲਿਸੀ ਬਹਾਲ ਹੋਏਗੀ। ਦਿੱਲੀ 'ਚ ਸਰਕਾਰੀ ਦੁਕਾਨਾਂ ਖੁੱਲ੍ਹਣਗੀਆਂ, ਸਰਕਾਰੀ ਦੁਕਾਨਾਂ 'ਤੇ ਸ਼ਰਾਬ ਵਿਕੇਗੀ। ਜਿਹੜੀ ਨਵੀਂ ਪਾਲਿਸੀ ਸੀ ਪਿੱਛੇ ਜੇ ਉਹਦੇ ਵਿੱਚ ਕਈ ਤਰ੍ਹਾਂ ਦੇ ਵਿਵਾਦ ਰਹੇ। ਇੱਕ ਤਾਂ ਕਹਿੰਦੇ ਉਹਦੇ ਵਿੱਚ ਜਿਹੜਾ ਥੋਕ ਦਾ ਲਾਇਸੈਂਸ ਸੀ ਉਹਦੇ 'ਤੇ ਵਿਵਾਦ ਰਿਹਾ, ਪਰਚੂਨ ਦੇ ਲਾਇਸੈਂਸਾਂ 'ਤੇ ਵਿਵਾਦ ਰਿਹਾ। ਕੁਝ ਲੋਕ ਥੋਕ ਦਾ ਕੰਮ ਨਹੀਂ ਸੀ ਕਰ ਸਕਦੇ, ਪਰਚੂਨ ਦਾ ਕਰ ਸਕਦੇ ਸੀ। ਕਹਿੰਦੇ ਉੱਥੇ ਕੁਝ ਕੰਪਨੀਆਂ ਨੂੰ ਫਾਇਦਾ ਦੇਣ ਦੀ ਮਨਸ਼ਾ ਰੱਖੀ ਗਈ। ਇਹ ਇਲਜ਼ਾਮ ਜਿਹੜੇ ਨੇ BJP ਵੱਲੋਂ ਲਗਾਤਾਰ ਦਿੱਲੀ 'ਚ ਲਾਏ ਗਏ। ਆਮ ਆਦਮੀ ਪਾਰਟੀ ਕਹਿੰਦੀ ਸਾਡੀ ਪਾਲਿਸੀ ਬਿਲਕੁਲ ਸਹੀ ਹੈ ਔਰ ਇਸ ਪਾਲਿਸੀ ਦੇ ਨਾਲ ਹੀ ਦਿੱਲੀ ਦੇ ਲੋਕਾਂ ਦਾ ਭਲਾ ਹੋਏਗਾ। ਹੁਣ ਸਭ ਤੋਂ ਜਿਹੜੀ ਵੱਡੀ ਗੱਲ ਹੈ ਹਰਜੋਤ ਜੀ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਇਸੇ ਲਈ ਯਾਦ ਕੀਤਾ ਜਾਂਦਾ ਹੈ। ਨਵਜੋਤ ਸਿੰਘ ਸਿੱਧੂ ਹਮੇਸ਼ਾ ਕਹਿੰਦੇ ਸੀ ਕਿ ਪੰਜਾਬ 'ਚ ਮੈਂ ਅਜਿਹੀ ਸ਼ਰਾਬ ਦੀ ਪਾਲਿਸੀ ਬਣਾਉਣੀ ਹੈ ਜਿਹਦਾ ਕੰਟਰੋਲ ਪੰਜਾਬ ਦੀ ਸਰਕਾਰ ਦੇ ਹੱਥ ਹੋਵੇ। ਅਸੀਂ ਸਰਕਾਰੀ ਦੁਕਾਨਾਂ ਪੰਜਾਬ ਦੇ ਵਿੱਚ ਖੋਲਾਂਗੇ, ਭਾਵੇਂ ਦੁਕਾਨਾਂ ਕਿਰਾਏ 'ਤੇ ਲਓ ਤੇ ਭਾਵੇਂ ਪੰਜਾਬ ਦੇ ਵਿੱਚ ਪੁਰਾਣੀਆਂ ਬੰਦ ਪਈਆਂ ਇਮਾਰਤਾਂ ਨੇ ਜਿਹੜੀਆਂ ਉੱਥੇ ਤੁਸੀਂ ਜਿਹੜਾ ਸ਼ਰਾਬ ਦਾ ਸਰਕਾਰੀ ਕਾਰੋਬਾਰ ਕਰੋ। ਗੋਦਾਮ ਸਾਡੇ ਕੋਲੇ ਪੰਜਾਬ 'ਚ ਬਹੁਤ ਸੀ, ਖੁੱਲ੍ਹੇ ਗੋਦਾਮ ਪਏ ਨੇ ਸਾਡੇ ਕੋਲੇ ਪੰਜਾਬ 'ਚ, ਉੱਥੇ ਜਿਹੜਾ ਇਹ ਕਾਰੋਬਾਰ ਨੂੰ ਥੋਕ ਦੇ ਤੌਰ 'ਤੇ ਸਰਕਾਰ ਅੱਗੇ ਵਧਾ ਸਕਦੀ ਹੈ। ਇਹਦੇ ਨਾਲ ਇੰਪਲਾਇਮੈਂਟ ਜਨਰੇਟ ਹੋਣੀ ਸੀ, ਰੁਜ਼ਗਾਰ ਬਣਨਾ ਸੀ। ਹੁਣ ਜਿਹੜੇ ਸ਼ਰਾਬ ਦੇ ਠੇਕਿਆਂ 'ਤੇ ਲੋਕ ਕੰਮ ਵੀ ਕਰਦੇ ਨੇ ਪ੍ਰਾਈਵੇਟ ਸੈਕਟਰ ਦੇ, ਉਹਨਾਂ ਦੇ ਵਿੱਚੋਂ ਬਹੁਤੇ ਕੱਚੇ ਮੁਲਾਜ਼ਮ ਨੇ। ਕਈਆਂ ਨੂੰ ਕਈ ਜ਼ਰੂਰੀ ਸਰਕਾਰੀ ਭੱਤੇ, ਪ੍ਰੋਵੀਡੈਂਟ ਫੰਡ ਵਰਗੇ ਲਾਭ ਨਹੀਂ ਦਿੱਤੇ ਜਾਂਦੇ। ਇਸ ਕਰਕੇ ਨਵਜੋਤ ਸਿੰਘ ਸਿੱਧੂ ਚਾਹੁੰਦੇ ਸੀ ਕਿ ਸੰਗਠਿਤ ਖੇਤਰ 'ਚ ਸ਼ਰਾਬ ਦੀ ਕਾਰਪੋਰੇਸ਼ਨ ਬਣੇ ਔਰ ਉਹਦੇ ਨਾਲ ਅਸੀਂ ਪੰਜਾਬ ਦੇ ਖਜ਼ਾਨੇ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਫਾਇਦਾ ਦਈਏ। ਹਾਲਾਂਕਿ ਦਾਅਵਾ ਆਮ ਆਦਮੀ ਪਾਰਟੀ ਦਾ ਵੀ ਸੀ ਕਿ ਅਸੀਂ 20-25 ਹਜ਼ਾਰ ਕਰੋੜ ਰੁਪਇਆ, ਕਈ ਲੀਡਰਾਂ ਦਾ ਦਾਅਵਾ ਸੀ ਆਪ ਦੇ ਕਿ ਅਸੀਂ 20-25 ਹਜ਼ਾਰ ਕਰੋੜ ਸ਼ਰਾਬ ਤੋਂ ਕਮਾਵਾਂਗੇ, ਲੇਕਿਨ ਉਹ ਗੱਲਾਂ ਉੱਥੇ ਤੱਕ ਪਹੁੰਚੀਆਂ ਨਹੀਂ, ਗੱਲਾਂ ਹਵਾਈ ਰਹਿ ਗਈਆਂ।
ਔਰ ਦਿੱਲੀ ਦੀ ਸ਼ਰਾਬ ਦੀ ਪਾਲਿਸੀ ਤਾਂ ਠੁੱਸ ਹੋ ਗਈ। ਹੁਣ ਪੰਜਾਬ ਦੀ ਸ਼ਰਾਬ ਪਾਲਿਸੀ ਤੇ ਵੀ ਸਵਾਲ ਖੜੇ ਹੁੰਦੇ ਪਏ ਨੇ, ਪਰ ਚਲੋ ਉਹਨੂੰ ਮੈਂ ਵੱਖਰੇ ਤੁਹਾਡੇ ਸਵਾਲ ਦੇ ਤੌਰ ਤੇ ਗੱਲ ਕਰੂੰਗਾ। ਪਰ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਸੋਚ ਸੀ ਸਰਕਾਰੀ ਕਾਰਪੋਰੇਸ਼ਨ ਦੀ, ਉਹੀ ਪੰਜਾਬ ਦੇ ਵਿੱਚ ਇੱਕ ਤਰੀਕਾ ਹੈ ਸਰਕਾਰੀ ਕਾਰਪੋਰੇਸ਼ਨ ਬਣਾ ਕੇ ਸ਼ਰਾਬ ਦਾ ਕਾਰੋਬਾਰ ਹੋਵੇ, ਐਕਸਾਈਜ਼ ਦੀ ਚੋਰੀ ਬਚੇਗੀ, ਸ਼ਰਾਬ ਚੰਗੀ ਮਿਲੇਗੀ, ਪ੍ਰੋਫਿਟ ਸਰਕਾਰ ਦੇ ਖਜ਼ਾਨੇ 'ਚ ਆਏਗਾ, ਨੌਕਰੀਆਂ ਨਾਲ ਦੀ ਨਾਲ ਬੇਰੁਜ਼ਗਾਰਾਂ ਨੂੰ ਮਿਲਣਗੀਆਂ ਔਰ ਸ਼ਰਾਬ ਦੇ ਕਾਰੋਬਾਰੀ ਨੇ ਜਿਹੜੇ ਉਹ ਵੀ ਨਾਲ ਜੁੜ ਕੇ ਕੰਮ ਕਰ ਸਕਣਗੇ ਇਮਾਨਦਾਰੀ ਦੇ ਨਾਲ, ਟਰਾਂਸਪੇਰੈਂਟ ਵੇ ਨਾਲ। ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਚਰਚਾ ਕਰਨੀ ਬਣਦੀ ਹੈ ਜਦੋਂ ਪੰਜਾਬ 'ਚ ਸ਼ਰਾਬ ਦੀ ਪਾਲਿਸੀ ਦੀ ਗੱਲ ਹੋਵੇ, ਰੇਤੇ ਦੀ ਪਾਲਿਸੀ ਦੀ ਗੱਲ ਹੋਵੇ, ਪੰਜਾਬ ਦੇ ਵਿੱਚ ਟੂਰਿਜ਼ਮ ਦੀ ਪਾਲਿਸੀ ਦੀ ਗੱਲ ਹੋਵੇ, ਪੰਜਾਬ 'ਚ ਮਾਈਨਿੰਗ ਪਾਲਿਸੀ ਦੀ ਗੱਲ ਹੋਵੇ, ਪੰਜਾਬ 'ਚ ਅਨਐਮਪਲਾਇਮੈਂਟ ਨੂੰ ਖਤਮ ਕਰਨ ਦੀ ਪਾਲਿਸੀ ਦੀ ਗੱਲ ਹੋਵੇ, ਇਹਨਾਂ ਸਾਰੇ ਮੁੱਦਿਆਂ ਤੇ ਐਗਰੀਕਲਚਰ ਰਿਫਾਰਮਸ ਦੀ ਗੱਲ ਹੋਵੇ, ਐਗਰੀਕਲਚਰ ਤੇ MSP ਦੀ ਗੱਲ ਹੋਵੇ, ਇਹਨਾਂ ਸਾਰੇ ਜਿਹੜੇ ਰਿਫਾਰਮਸ ਦੀਆਂ ਪਾਲਿਸੀਆਂ ਨੇ ਜਿਹੜੀਆਂ ਉਹ ਨਵਜੋਤ ਸਿੰਘ ਸਿੱਧੂ ਕੋਲੇ ਜਿਹੜੀਆਂ ਨੇ ਉਪਲਬਧ ਸੀ। ਚਲੋ, ਪਰ ਅੱਜ ਨਵਜੋਤ ਸਿੰਘ ਸਿੱਧੂ ਦੀ ਇਸ ਪਾਲਿਸੀ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ ਕਿਉਂਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਉਹਨਾਂ ਕੋਈ ਯੁੱਗ ਪਲਟਾਊ ਬਦਲਾਅ ਨਹੀਂ ਲਿਆ ਸਕੀ। ਅਸੀਂ 6 ਮਹੀਨੇ ਪੰਜਾਬ ਦੇ ਵਿੱਚ ਦੇਖ ਲਏ। ਡੱਲਾ ਜੀ, ਲਗਾਤਾਰ ਸ਼ਰਾਬ ਮਸਲੇ ਦੇ ਉੱਪਰ ਸਿਆਸਤ ਬਹੁਤ ਹੀ ਭਖ ਰਹੀ ਹੈ, ਮੁੱਦੇ ਦੇ ਵਿੱਚ ਹੈ ਜ਼ਰੂਰ ਇਹ ਮਾਮਲਾ। ਆਮ ਆਦਮੀ ਪਾਰਟੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵੱਲੋਂ ਕਿ ਜਿਹੜੀ BJP ਹੈ ਉਹ ਜਾਣਬੁੱਝ ਕੇ ਅਜਿਹਾ ਸਭ ਕੁਝ ਕਰ ਰਹੀ ਹੈ ਤਾਂ ਕਿ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਹੈ ਉਸ ਨੂੰ ਡੇਗਿਆ ਜਾ ਸਕੇ। ਤੇ ਉਹਨਾਂ ਦਾ ਕਹਿਣਾ ਕਿ ਇਹ ਨਹੀਂ, ਜਿਹੜੇ ਸਕੂਲਾਂ ਦੇ ਕਮਰਿਆਂ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਸੀ ਉਹਨਾਂ ਲਈ ਵੀ ਜੋ ਹੈ BJP ਜਾਂਚ ਆਰੰਭ ਰਹੀ ਹੈ, ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਸੋ ਇੱਧਰ ਅਗਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਸੁਖਬੀਰ ਬਾਦਲ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਆਉਂਦੇ ਨੇ ਅਤੇ ਉੱਥੇ ਉਹਨਾਂ ਨੂੰ ਮੰਗ ਰੱਖਦੇ ਨੇ ਕਿ ਦਿੱਲੀ ਦੀ ਤਰਜ਼ ਤੇ ਹੀ ਪੰਜਾਬ ਵਿੱਚ ਵੀ ਸ਼ਰਾਬ ਪਾਲਿਸੀ ਦੇ ਉੱਪਰ CBI ਦੀ ਜਾਂਚ ਹੋਣੀ ਚਾਹੀਦੀ ਹੈ। ਸੋ ਡੱਲਾ ਜੀ, ਕਿਵੇਂ ਦੇਖਦੇ ਹੋ ਕਿ ਜਦੋਂ ਅਗਰ ਸੁਖਬੀਰ ਬਾਦਲ ਜਾਂ ਹੋਰ ਪੋਲੀਟੀਕਲ ਪਾਰਟੀਆਂ ਜਿੰਨੀਆਂ ਨੇ ਅਗਰ CBI ਜਾਂਚ ਦੀ ਮੰਗ ਕਰਦੀਆਂ ਨੇ ਤਾਂ ਕੀ ਗਵਰਨਰ ਅੱਗੋਂ ਇਸ ਮਾਮਲੇ ਨੂੰ CBI ਤੱਕ ਭੇਜ ਸਕਦੇ ਨੇ? ਕੀ ਇਸ ਉੱਪਰ ਅਪਡੇਟ ਹੋ ਸਕਦਾ ਹੈ? ਦੇਖੋ, ਤੁਹਾਡਾ ਸਵਾਲ ਇਹ ਬਹੁਤ ਅਹਿਮ ਹੈ। ਅੱਗੇ ਵਧਣ ਤੋਂ ਪਹਿਲਾਂ ਮੈਂ ਇੱਕ ਗੱਲ ਦਾ ਜ਼ਿਕਰ ਕਰਦਾ। ਮਨੀਸ਼ ਸਿਸੋਦੀਆ ਕੱਲ੍ਹ ਹਿਮਾਚਲ ਪ੍ਰਦੇਸ਼ ਗਏ ਸੀ ਭਗਵੰਤ ਮਾਨ ਦੇ ਨਾਲ, ਉੱਥੇ ਨਵੀਂ ਗਰੰਟੀ ਦੇਣੀ ਸੀ। ਤੁਸੀਂ ਮੈਨੂੰ ਸਵਾਲ ਵੀ ਪੁੱਛਣਾ ਹੈ। ਮਨੀਸ਼ ਸਿਸੋਦੀਆ ਕੱਲ੍ਹ ਸ਼ਰਾਬ ਪਾਲਿਸੀ ਤੇ ਬੋਲ ਕੇ ਗਏ ਕਿ ਪੂਰੀ ਤਰ੍ਹਾਂ ਅਸੀਂ ਨਿਰਦੋਸ਼ ਹਾਂ ਔਰ BJP ਸਿਆਸਤ ਕਰ ਰਹੀ ਹੈ। ਅਰਵਿੰਦ ਕੇਜਰੀਵਾਲ ਵੀ ਕਹਿ ਰਹੇ ਨੇ। ਅਰਵਿੰਦ ਕੇਜਰੀਵਾਲ ਕਹਿੰਦੇ BJP ਕੋਲੇ ਕੁਝ ਹੈ ਨਹੀਂ ਸਾਡੇ ਖਿਲਾਫ, ਇਸ ਕਰਕੇ ਐਕਸਾਈਜ਼ ਪਾਲਿਸੀ ਨੂੰ ਬਹਾਨਾ ਬਣਾਇਆ ਗਿਆ ਤੇ ਹੁਣ ਦਿੱਲੀ ਦੇ ਸਕੂਲਾਂ 'ਚ ਜਿਹੜੇ ਕਲਾਸਰੂਮ ਸੀ ਉਹਨਾਂ ਦੇ ਮਾਮਲੇ ਤੇ ਜਾਂਚ ਆਰੰਭ ਦਿੱਤੀ। ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਗੁਜਰਾਤ ਦੇ ਵਿੱਚ BJP ਦਾ ਪੱਤਾ ਸਾਫ਼ ਹੋ ਰਿਹਾ ਹੈ, ਵੱਡਾ ਸਮਰਥਨ ਸਾਨੂੰ ਮਿਲ ਰਿਹਾ ਹੈ, ਹਿਮਾਚਲ 'ਚ ਸਾਨੂੰ ਵੱਡਾ ਸਮਰਥਨ ਮਿਲ ਰਿਹਾ ਹੈ, ਇਸ ਕਰਕੇ BJP ਇਹ ਕੋਝੀ ਰਾਜਨੀਤੀ ਕਰ ਰਹੀ ਹੈ। ਇਹ ਤਾਂ ਸੀ ਆਮ ਆਦਮੀ ਪਾਰਟੀ ਦਾ ਪੱਖ, ਅਰਵਿੰਦ ਕੇਜਰੀਵਾਲ ਦਾ, ਮਨੀਸ਼ ਸਿਸੋਦੀਆ ਦਾ। ਮਨੀਸ਼ ਸਿਸੋਦੀਆ ਦੀ ਇਹ ਪੂਰਾ ਬਿਆਨ ਵੀ ਅਸੀਂ ਤੁਹਾਨੂੰ ਸੁਣਾਉਂਦੇ ਹਾਂ। ਉਧਰ ਕੱਲ੍ਹ ਸੁਖਬੀਰ ਬਾਦਲ ਨੂੰ ਮੌਕਾ ਮਿਲ ਗਿਆ। ਸੁਖਬੀਰ ਬਾਦਲ ਪੰਜਾਬ ਦੇ ਗਵਰਨਰ BL ਪੁਰੋਹਿਤ ਉਹਨਾਂ ਕੋਲੇ ਚਲੇ ਗਏ, ਨਾਲ ਉਹਨਾਂ ਦੇ ਕੁਝ ਹੋਰ ਸਾਥੀ ਸੀ। ਸੁਖਬੀਰ ਬਾਦਲ ਨੇ ਜਾ ਕੇ ਸ਼ਿਕਾਇਤ ਕੀਤੀ, ਦਰਖਾਸਤ ਦਿੱਤੀ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਸ਼ਰਾਬ ਪਾਲਿਸੀ ਦੀ ਵੀ CBI ਤੋਂ ਜਾਂਚ ਕੀਤੀ ਜਾਵੇ। ਸੁਖਬੀਰ ਬਾਦਲ ਕਹਿੰਦੇ ਜਿਵੇਂ ਦਿੱਲੀ 'ਚ CBI ਨੇ ਰੇਡ ਕਰਕੇ ਐਕਸਾਈਜ਼ ਪਾਲਿਸੀ ਦਾ ਪਰਦਾਫਾਸ਼ ਕੀਤਾ ਹੈ, ਪੰਜਾਬ ਦੀ ਐਕਸਾਈਜ਼ ਪਾਲਿਸੀ ਚੈੱਕ ਕਰੋ ਕਿਉਂਕਿ ਇਹ ਵੀ ਦਿੱਲੀ ਦੀ ਤਰਜ਼ ਤੇ ਬਣੀ ਹੈ। ਸੁਖਬੀਰ ਬਾਦਲ ਕਹਿੰਦੇ ਵੀ ਪੰਜਾਬ ਦੇ ਐਕਸਾਈਜ਼ ਕਮਿਸ਼ਨਰ, ਦਿੱਲੀ ਦੇ ਐਕਸਾਈਜ਼ ਕਮਿਸ਼ਨਰ ਮਨੀਸ਼ ਸਿਸੋਦੀਆ ਦੇ ਘਰੇ ਜਾਂਦੇ ਰਹੇ ਨੇ, ਕਿਉਂ ਗਏ ਨੇ ਇਹ ਪਤਾ ਕਰੋ। ਉਹ ਕਹਿੰਦੇ ਪੰਜਾਬ ਦੇ ਵਿੱਚ ਪਹਿਲਾਂ 100 L1 ਦੇ ਲਾਇਸੈਂਸ ਸੀ, ਹੁਣ ਕਹਿੰਦੇ ਇੱਕੋ ਹੀ ਬੰਦੇ ਨੂੰ ਸਾਰਾ L1 ਦੇਤਾ 100। ਇਹ ਇਲਜ਼ਾਮ ਨੇ ਸੁਖਬੀਰ ਬਾਦਲ ਦੇ। ਹੁਣ ਸੁਖਬੀਰ ਬਾਦਲ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦੇ ਕੇ ਆਏ ਨੇ। ਕੀ ਪੰਜਾਬ ਦੇ ਗਵਰਨਰ ਸੁਖਬੀਰ ਬਾਦਲ ਦੇ ਇਸ ਮੰਗ ਪੱਤਰ ਨੂੰ ਆਧਾਰ ਬਣਾ ਕੇ CBI ਜਾਂਚ ਦੀ ਸਿਫਾਰਿਸ਼ ਕਰਨਗੇ? ਕੱਲੀ CBI ਨਹੀਂ, ED ਬਾਰੇ ਵੀ ਕਿਹਾ ਸੁਖਬੀਰ ਨੇ। ਸੁਖਬੀਰ ਕਹਿੰਦੇ CBI ਜਾਂਚ ਹੋਵੇ, EDI ਜਾਂਚ ਹੋਵੇ ਔਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ। ਪੰਜਾਬ ਦੇ ਵਿੱਚ ਕਰੋੜਾਂ 100 ਰੁਪਏ ਦਾ, ਸੈਂਕੜੇ ਕਰੋੜਾਂ ਰੁਪਏ ਦਾ ਘੁਟਾਲਾ ਐਕਸਾਈਜ਼ ਪਾਲਿਸੀ ਦੇ ਰੂਪ ਦੇ ਵਿੱਚ ਹੋਇਆ। ਹੁਣ ਇਹ ਇਲਜ਼ਾਮ ਬਹੁਤ ਵੱਡੇ ਨੇ, ਪਰ ਵੇਖਦੇ ਹਾਂ ਕਿ ਪੰਜਾਬ ਦੇ ਗਵਰਨਰ ਇਹਦੇ ਤੇ ਕੀ ਐਕਸ਼ਨ ਲੈਂਦੇ ਨੇ। ਫਿਲਹਾਲ ਦੋਨੇ ਤਰ੍ਹਾਂ ਦੀ ਗੱਲ ਸੁਣ ਲੈਂਦੇ ਹਾਂ। मनीष सिसोदिया की गल पूरी सुनते हैं, ये नाल सुखबीर बादल की गल पूरी सुनते हैं। हिमाचल के लोग बहुत बेसब्री से एक ऐसी सरकार का इंतजार कर रहे हैं जो लोगों को गारंटी दे के कह सके कि हमें वोट दो और 5 साल के अंदर अंदर शिक्षा और स्वास्थ्य में, रोजगार में, महंगाई से लड़ने में हिमाचल को ऐसा बना देंगे जैसे 75 साल में कभी की सरकार ने नहीं किया। जैसे दिल्ली में काम हुए, जैसे पंजाब में होने शुरू हुए बहुत शानदार काम, वैसे ही हिमाचल में काम होंगे। सारा चेक कर लिया, उसके बाद क्लीन चिट मिल गई अब मुझको।
सच्चाई की जीत होती है। थैंक यू। आज जो ज़माना है, जिस तरह का इलेक्ट्रॉनिक मीडिया की ताकत बढ़ी है, जिस तरह से जो है वेब मीडिया की ताकत बढ़ी है और जिस तरह से सोशल मीडिया की ताकत बढ़ी है, पुराने ज़माने में शायद ये चलता था कि एक जगह एक घोषणा करके भुला दें और दूसरी जगह जा कर के फिर वैसी घोषणा कर दें। लेकिन जब पंजाब की माताओं बहनों का दर्द और उनके साथ में जो धक्का और धोखा हुआ है, अब गुजरात और वहाँ जो है हिमाचल प्रदेश की माताओं बहनों के साथ में सिर्फ वैसे ही सब्ज बाग दिखा करके धोखा किया जा सकेगा, इसकी संभावना मुझे 1% भी नहीं दिखाई देती। और इसीलिए मैंने अपनी बात रखते हुए प्रारंभ में कहा था कि हम अपनी विपक्ष की भूमिका तो निभाएंगे, लेकिन आप मित्रों से भी हाथ जोड़ करके निवेदन है कि आप भी उसमें अपनी भूमिका निभाइए, इस पर प्रश्न चिन्ह खड़ा करिए। और दूसरा विषय जो आपने फ्रीबीज को लेकर के रखा है, देखिए, जब सुप्रीम कोर्ट में इस बात की विवेचना हो रही हो तब मुझे बहुत ज़्यादा टिप्पणी करना अनुकूल नहीं होगा, मेरे जो मेरा दायित्व है उसकी गरिमा के अनुरूप। लेकिन निश्चित रूप से ये देश की चिंता का विषय है और जिस तरह से इनके कारण से जो है सरकारों के वित्तीय संसाधनों पर दबाव बढ़ रहा है। आज देश के ऐसे प्रदेश, जिन प्रदेशों ने इस तरह के फ्रीबीज की डिलीवरी की बात की, और वो आगे बढ़ते हुए कहाँ तक पहुँच गया है। तमिलनाडु में एक विधायक अभी विधानसभा के चुनाव के समय में उन्होंने क्या क्या घोषणाएं की थी कि मैं 1 करोड़ रुपए हर फैमिली को दूंगा, हर बिजनेस करने वाले बच्चे को 1 करोड़ रुपए मिलेगा, इसको इंश्योर करूंगा, चांद पर जाकर के 3 महीने हॉलीडेज बिताने के लिए जो है आपको व्यवस्था करूंगा, हर गाँव में एक पार्क बनाऊंगा और उसमें जो है आइस स्केटिंग हो सके उसके लिए वहाँ पे जो है बर्फ़ की व्यवस्था करूंगा। दिल्ली विच ਲੈਫਟੀਨੈਂਟ ਗਵਰਨਰ ਨੇ ਜਿਹੜਾ ਸ਼ਰਾਬ ਦੀ ਘਟਾਲਾ ਹੋਇਆ ਉਹਦੀ ਇਨਵੈਸਟੀਗੇਸ਼ਨ ਕੀਤੀ। ਉਹਦੇ ਬਾਅਦ ਜਦੋਂ ਸਬੂਤ ਆਏ ਸੀਬੀਆਈ ਨੇ ਕੇਸ ਰਜਿਸਟਰ ਕੀਤਾ ਤੇ ਉਹ ਜਿਵੇਂ ਦਿੱਲੀ ਕਰੋੜਾਂ ਰੁਪਏ ਦਾ ਕਪਲਾ ਹੋਇਆ ਉਵੇਂ ਹੀ ਉਹੀ ਕਪਲਾ ਇੱਥੇ ਪੰਜਾਬ 'ਚ ਹੋਇਆ। ਆ ਇੱਕ ਬਹੁਤ ਵੱਡਾ 500 ਕਰੋੜ ਦਾ ਕਪਲਾ ਹੈ। ਅਸੀਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਕਿ ਜਿਵੇਂ ਲੈਫਟੀਨੈਂਟ ਗਵਰਨਰ ਦਿੱਲੀ ਨੇ ਇਨਕੁਆਇਰੀ ਕਰਕੇ ਕੇਸ ਰਜਿਸਟਰ ਹੋਇਆ, ਸਿਸੋਦੀਆ ਸਾਹਿਬ ਕਿਸੇ ਵੀ ਟਾਈਮ ਫੜ ਸਕਦੇ ਆ, ਇਹਦੀ ਇਨਕੁਆਇਰੀ ਪੰਜਾਬ ਦੀ ਵੀ ਇਮੀਡੀਏਟਲੀ ਸੀਬੀਆਈ ਤੇ ਈਡੀ ਨੂੰ ਕੀਤੀ ਜਾਏ। ਮੇਰੀ ਕੋਰਟ ਵਿੱਚ 30 ਤਰੀਕ ਨੂੰ ਮੇਰੀ ਕੋਰਟ ਵਿੱਚ ਤਰੀਕ ਸੀ, ਜੀਰੇ ਕੋਰਟ ਵਿੱਚ। ਮੈਂ ਉੱਥੇ ਪੁਰਾਣੀ ਤਰੀਕ ਸੀ। ਮੈਂ ਆਪ ਟੈਲੀਫੋਨ ਕੀਤਾ, ਉਹਨਾਂ ਨੇ ਨਹੀਂ ਕੀਤਾ। मैं क्या अखबार तुसी समन कहते हैं, मैं तो है नहीं सी, तुसी कहंदा तुसी उदों आए सी। मैं क्या उदों आउट ऑफ कंट्री है, तुहानूं भी पता है, सारे नूं पता मैं कह के गया। तो फिर मैं आप टेलीफोन किया अफसरां नूं, मैं क्या जी दसो किदों आना है। देखिए, हम तो पहले ही इसको मांग कर चुके हैं, मुझे लगता है कि कहीं आपके संज्ञान में नहीं आया। सबसे पहले भारतीय जनता पार्टी ने प्रेस कॉन्फ्रेंस करके इसकी मांग की है। पंजाब की थी। मैं पंजाब की बात कर रहा हूँ। क्वार्टर में सिरसा जी और मैंने प्रेस कॉन्फ्रेंस की थी, बहुत सारे लोग आए थे। होना ही चाहिए। भ्रष्टाचार जिन्होंने किया है, जो ईमानदारी का लबादा ओढ़ करके अंदर से काजल की तरह काले हो गए हैं, उनको देश के सामने लाना, बेनकाब करना निश्चित रूप से आवश्यक है और ये इस पर कार्रवाई होनी ही चाहिए। भ्रष्टाचार के अगेंस्ट में जो जीरो टॉलरेंस की नीति है माननीय मोदी जी की, हम जो है इससे पूर्ण रूप से पक्षधर हैं। और भारतीय जनता पार्टी पहली राजनीतिक पार्टी थी जिसने इस डिमांड को पंजाब में सबसे पहले उठाया था। जी डला जी, उधर कल जो है भगवंत मान ਅਤੇ ਮਨੀਸ਼ ਸਿਸੋਦੀਆ ਹਿਮਾਚਲ ਗਏ। ਉੱਥੇ ਜਿਹੜੀ ਚੌਥੀ ਗਰੰਟੀ ਹੈ ਉਹ ਦੇ ਕੇ ਆਏ ਉੱਥੇ ਦੀਆਂ ਔਰਤਾਂ ਨੂੰ। 18 ਸਾਲ ਤੋਂ ਉੱਪਰ ਦੀਆਂ ਮਾਤਾਵਾਂ ਭੈਣਾਂ ਨੂੰ ਉਹਨਾਂ ਨੇ ਗਰੰਟੀ ਦਿੱਤੀ ਕਿ 1000 ਰੁਪਇਆ ਜੋ ਹੈ ਮੁਫਤ ਉਹਨਾਂ ਦੇ ਖਾਤਿਆਂ ਵਿੱਚ ਪਾਇਆ ਜਾਏਗਾ ਜੇਕਰ ਹਿਮਾਚਲ ਦੇ ਵਿੱਚ ਉੱਥੋਂ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਂਦੇ ਨੇ। ਤੇ ਡੱਲਾ ਜੀ, ਇਹੀ ਗਰੰਟੀ ਪੰਜਾਬ ਵਿੱਚ ਵੀ ਦਿੱਤੀ ਗਈ ਸੀ ਆਮ ਆਦਮੀ ਪਾਰਟੀ ਵੱਲੋਂ, ਜੋ ਕਿ ਹਾਲੇ ਤੱਕ ਵੀ ਸ਼ੁਰੂ ਨਹੀਂ ਹੋ ਸਕੀ ਹੈ। ਨੇੜੇ ਤੇੜੇ ਵੀ ਸਰਕਾਰ ਉਸ ਗਰੰਟੀ ਦੇ ਨਹੀਂ ਪਹੁੰਚੀ ਹੈ ਤੇ ਇੱਕ ਗਰੰਟੀ ਦਾ ਦਾਅਵਾ ਇੱਥੇ ਕਰਨ ਤੋਂ ਬਾਅਦ ਜੋ ਕਿ ਪੂਰੀ ਨਹੀਂ ਹੋਈ, ਉਸ ਤੋਂ ਬਾਅਦ ਹਿਮਾਚਲ ਵਿੱਚ ਵੀ ਹੁਣ ਉਹੀ ਗਰੰਟੀ ਦਿੱਤੀ ਜਾਂਦੀ ਹੈ ਕਿ ਇਸ ਤਰ੍ਹਾਂ ਇਸ ਗਰੰਟੀ ਦਾ ਉੱਥੇ ਕੋਈ ਫਾਇਦਾ ਹੋਏਗਾ। ਦੂਜੇ ਪਾਸੇ ਜਿਹੜਾ ਦਿੱਲੀ ਵਿੱਚ ਸ਼ਰਾਬ ਪਾਲਿਸੀ ਨੂੰ ਲੈ ਕੇ CBI ਜਾਂਚ ਹੋ ਗਈ ਹੈ, ਮਸਲਾ ਇੰਨਾ ਵਧਿਆ ਹੋਇਆ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਸਵਾਲ ਬਹੁਤ ਵਧੇ ਹੋਏ ਨੇ। ਇਹ ਸਭ ਮੁੱਦਿਆਂ ਨੂੰ ਲੈ ਕੇ ਹਿਮਾਚਲ ਅਤੇ ਗੁਜਰਾਤ ਵਿੱਚ ਅਗਰ ਅਸੀਂ ਆਮ ਆਦਮੀ ਪਾਰਟੀ ਦੇ ਸਿਆਸੀ ਸਮੀਕਰਨ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿਸ ਤਰ੍ਹਾਂ ਦੀ ਮਜ਼ਬੂਤੀ ਜਾਂ ਫਿਰ ਕਿਸ ਤਰ੍ਹਾਂ ਦੇ ਕਮਜ਼ੋਰ ਪਹਿਲੂ ਵੇਖਣ ਨੂੰ ਮਿਲਦੇ ਨੇ? ਹਰਜੋਤ ਜੀ, ਹਿਮਾਚਲ 'ਚ ਗਏ ਸੀ ਕੱਲ ਭਗਵੰਤ ਮਾਨ ਵੀ ਔਰ ਮਨੀਸ਼ ਸਿਸੋਦੀਆ ਵੀ। ਹਿਮਾਚਲ 'ਚ ਮਹਿਲਾਵਾਂ ਦੇ ਲਈ ਇੱਕ ਵੱਡਾ ਸਮਾਗਮ ਇੱਕ ਵੱਡੇ ਹਾਲ 'ਚ ਰੱਖਿਆ ਗਿਆ ਸੀ। ਸੈਂਕੜਿਆਂ ਦੀ, ਹਜ਼ਾਰਾਂ ਦੀ ਗਿਣਤੀ 'ਚ ਉੱਥੇ ਮਹਿਲਾਵਾਂ, ਮਾਤਾਵਾਂ, ਭੈਣਾਂ ਪਹੁੰਚੀਆਂ।
ਭਗਵੰਤ ਮਾਨ ਵੀ ਸੀ, ਮਨੀਸ਼ ਸਿਸੋਦੀਆ ਵੀ ਸੀ, ਹਿਮਾਚਲ ਦੀ ਲੀਡਰਸ਼ਿਪ ਵੀ ਸੀ। ਔਰ ਭਗਵੰਤ ਮਾਨ ਉਹਨਾਂ ਨੇ ਉੱਥੇ ਫਿਰ ਗਰੰਟੀ ਦਿੱਤੀ ਗੱਲ, ਮਹਿਲਾਵਾਂ ਦੇ ਖਾਤੇ ਦੇ ਵਿੱਚ ਜੇ ਹਿਮਾਚਲ 'ਚ ਸਰਕਾਰ ਬਣ ਗਈ ਤਾਂ 1000 ਰੁਪਈਆ। ਹਿਮਾਚਲ 'ਚ 4 ਗਰੰਟੀਆਂ ਦੇ ਚੁੱਕੇ ਆਮ ਆਦਮੀ ਪਾਰਟੀ ਵਾਲੇ, ਮੁਫਤ ਬਿਜਲੀ ਦੀ ਵੀ ਦੇ ਚੁੱਕੇ। ਪੰਜਾਬ 'ਚ ਮੁਫਤ ਬਿਜਲੀ ਦਾ ਦਾਅਵਾ ਉੱਥੇ ਵੀ ਕੀਤਾ ਗਿਆ ਕਿ ਜੁਲਾਈ ਤੋਂ ਬਾਅਦ ਮੁਫਤ ਬਿਜਲੀ ਕਰਕੇ 74 ਲੱਖ ਪਰਿਵਾਰ ਨੇ ਜਿਹੜੇ, ਉਹਨਾਂ ਦੇ ਵਿੱਚੋਂ 51 ਲੱਖ ਦੇ ਕਰੀਬ ਪਰਿਵਾਰਾਂ ਨੂੰ ਜਿਹੜੇ ਬਿਜਲੀ ਦੇ ਬਿੱਲ ਨੇ ਉਹ ਮੁਫਤ ਆਉਣਗੇ। ਇਹ ਦਾਅਵੇ ਹਰ ਜਗ੍ਹਾ ਆਮ ਆਦਮੀ ਪਾਰਟੀ ਵਾਲੇ ਕਰਦੇ ਨੇ, ਪਰ ਹਜੇ ਤੱਕ ਪੰਜਾਬ 'ਚ ਕੋਈ ਡਾਟਾ ਨਹੀਂ ਜਾਰੀ ਕੀਤਾ। ਇਹ ਆਰਟੀਆਈ 'ਚ ਮੈਨੂੰ ਲੱਗਦਾ ਇਨਫੋਰਮੇਸ਼ਨ ਲੈਣੀ ਪੈਣੀ ਹੈ ਵੀ ਪੰਜਾਬ 'ਚ ਕਿੰਨੇ ਲੱਖ ਲੋਕਾਂ ਦੇ ਜਿਹੜੇ ਬਿੱਲ ਨੇ ਬਿਜਲੀ ਦੇ ਉਹ ਮੁਫਤ ਹੋਏ ਨੇ। ਹਜੇ ਤੱਕ ਦੱਸਿਆ ਨਹੀਂ ਸਰਕਾਰ ਨੇ ਪੰਜਾਬ 'ਚ, ਪਰ ਦਾਅਵੇ ਹੋ ਰਹੇ ਨੇ ਕਿ 54 ਲੱਖ ਦੇ ਬਿੱਲ ਮੁਫਤ ਹੋ ਜਾਣਗੇ। ਹੁਣ ਤਾਂ ਬਿੱਲ ਆਉਣ ਲੱਗੇ ਭਾਈ, ਦੱਸੋ ਜ਼ਰੂਰ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਸੱਚ ਪਤਾ ਲੱਗੇ। ਅਗਰ ਆਉਂਦੇ ਨੇ 54 ਲੱਖ ਲੋਕਾਂ ਦੇ ਬਿੱਲ ਜ਼ੀਰੋ, ਫਿਰ ਤਾਂ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ, ਪਰ ਅਗਰ ਨਹੀਂ ਆਉਂਦੇ ਤਾਂ ਫਿਰ ਇਹ ਡਿਬੇਟ ਵਾਲੀ ਗੱਲ ਹੈ। ਹੁਣ 1000 ਰੁਪਈਆ ਮਹਿਲਾਵਾਂ ਦੇ ਖਾਤੇ 'ਚ ਹਿਮਾਚਲ 'ਚ ਗੱਲ ਕਹਿਤੀ, ਪੰਜਾਬ 'ਚ ਹਜੇ ਤੱਕ ਦੇਣਾ ਸ਼ੁਰੂ ਨਹੀਂ ਹੋਇਆ। ਕੁਝ ਦਿਨ ਪਹਿਲਾਂ ਬੀਬੀ ਪ੍ਰਨੀਤ ਕੌਰ ਨੇ ਪਟਿਆਲੇ 'ਚ ਪ੍ਰੋਟੈਸਟ ਵੀ ਕੀਤਾ ਸੀ। ਹੁਣ ਕੀ ਹਿਮਾਚਲ ਪ੍ਰਦੇਸ਼ ਦੇ ਲੋਕ ਇਸ ਗਰੰਟੀ ਨੂੰ ਮਹਿਸੂਸ ਕਰ ਲੈਣਗੇ, ਮੰਨ ਲੈਣਗੇ? ਕਿਉਂਕਿ ਪੰਜਾਬ 'ਚ ਹਜੇ ਤੱਕ ਇਹ ਚੀਜ਼ਾਂ ਲਾਗੂ ਨਹੀਂ ਹੋਈਆਂ। ਕਿਤੇ ਇਹ ਸਾਰੇ ਜਿਹੜੇ ਚੋਣ ਸਟੰਟ ਨੇ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੰਮ ਤਾਂ ਨਹੀਂ ਵਿਗਾੜਨਗੇ, ਜਾਂ ਗੁਜਰਾਤ ਦੇ ਵਿੱਚ, ਕਿਉਂਕਿ ਗੁਜਰਾਤ ਦੇ ਵਿੱਚ ਵੀ ਲਗਭਗ ਇਸੇ ਤਰ੍ਹਾਂ ਦੇ ਵਾਅਦੇ ਆਮ ਆਦਮੀ ਪਾਰਟੀ ਕਰ ਰਹੀ ਹੈ, ਔਰ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ। ਕੰਮ ਇਸ ਲਈ ਮੈਂ ਕਹਿ ਰਿਹਾ ਕਿਉਂਕਿ ਹਿਮਾਚਲ ਦੇ ਲੋਕ ਪੰਜਾਬ ਦੇ ਨਾਲ ਸਾਂਝੇ ਨੇ। ਪੰਜਾਬ 'ਚ 1000 ਰੁਪਈਆ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ 5 ਮਿੰਟਾਂ 'ਚ ਹਿਮਾਚਲ ਪ੍ਰਦੇਸ਼ ਦਾ ਕੋਈ ਵੀ ਵਿਅਕਤੀ ਪਤਾ ਕਰ ਸਕਦਾ ਹੈ। ਸੋ ਇਸ ਕਰਕੇ ਇਸ ਤਰੀਕੇ ਦੀਆਂ ਗਰੰਟੀਆਂ ਦਾ ਕੀ ਅਸਰ ਪਏਗਾ ਇਹ ਸਾਨੂੰ ਭਵਿੱਖ 'ਚ ਪਤਾ ਲੱਗੇਗਾ। ਪਰ ਆਮ ਆਦਮੀ ਪਾਰਟੀ ਕਾਫੀ ਜ਼ਿਆਦਾ ਉਤਸ਼ਾਹਿਤ ਹੈ। ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਕਦੀ ਬੀਜੇਪੀ, ਕਦੀ ਕਾਂਗਰਸ, ਕਦੀ ਬੀਜੇਪੀ, ਕਦੀ ਕਾਂਗਰਸ, ਤੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਕਾਂਗਰਸ ਦੀ ਸਰਕਾਰ ਨਹੀਂ ਬਣਨੀ, ਅਸੀਂ ਆਪਣੀ ਸਰਕਾਰ ਬਣਾਵਾਂਗੇ। ਹਿਮਾਚਲ ਪ੍ਰਦੇਸ਼ ਦੇ ਨਾਲ ਨਾਲ ਗੁਜਰਾਤ ਦੇ ਲਈ ਵੀ ਅਰਵਿੰਦ ਕੇਜਰੀਵਾਲ ਬਹੁਤ ਜ਼ਿਆਦਾ ਕੌਨਫੀਡੈਂਟ ਨੇ। ਹਰ ਮੰਚ ਤੇ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਹਿਮਾਚਲ 'ਚ ਵੀ ਬਦਲਾਅ ਆਏਗਾ, ਲੋਕ ਤਿਆਰ ਬੈਠੇ ਨੇ, ਔਰ ਗੁਜਰਾਤ ਦੇ ਵਿੱਚ ਵੀ ਬਦਲਾਅ ਆਏਗਾ, ਲੋਕ ਤਿਆਰ ਬੈਠੇ ਨੇ। ਉਂਝ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਸਵਾਲ ਚੱਕੇ ਜਾਂਦੇ ਨੇ ਕਿ ਤੁਸੀਂ ਨਿਤ ਦਿਨ ਸਰਕਾਰੀ ਹੈਲੀਕਾਪਟਰ ਦੇ ਵਿੱਚ ਹਿਮਾਚਲ ਜਾਂਦੇ ਹੋ, ਹਿਮਾਚਲ ਲਈ ਪ੍ਰਚਾਰ ਕਰ ਰਹੇ ਹੋ, ਤੇ ਇਹ ਸਵਾਲਾਂ ਦਾ ਜਵਾਬ ਵਿਰੋਧੀ ਧਿਰਾਂ ਨੇ ਜਿਹੜੀਆਂ ਉਹ ਲਗਾਤਾਰ ਭਗਵੰਤ ਮਾਨ ਉਹਨਾਂ ਤੋਂ ਵੀ ਮੰਗਦੀਆਂ ਨੇ। ਇੱਕ ਪਾਸੇ ਭਗਵੰਤ ਮਾਨ ਸਾਹਿਬ ਦਾ ਦਾਅਵਾ ਹੈ ਕਿ ਅਸੀਂ ਸਰਕਾਰੀ ਖਜ਼ਾਨਾ ਬਚਾ ਰਹੇ ਹਾਂ, ਇੱਕ ਪਾਸੇ ਹੈਲੀਕਾਪਟਰ ਦੀ ਵਰਤੋਂ ਚਰਨਜੀਤ ਚੰਨੀ ਦੀ ਤਰਜ਼ ਤੇ, ਜਾਂ ਤਾਂ ਚਰਨਜੀਤ ਚੰਨੀ ਤੇ ਇਲਜ਼ਾਮ ਨਾ ਲਾਏ ਹੁੰਦੇ ਕਿ ਚਰਨਜੀਤ ਚੰਨੀ ਹੈਲੀਕਾਪਟਰ ਦੀ ਯਾਤਰਾ ਵੱਧ ਕਰਦੇ ਨੇ, ਦੁਰਵਰਤੋਂ ਕਰਦੇ ਨੇ। ਉਦੋਂ ਆਮ ਆਦਮੀ ਪਾਰਟੀ ਵਾਲੇ ਚਰਨਜੀਤ ਚੰਨੀ ਤੇ ਨਿਸ਼ਾਨਾ ਲਾਉਂਦੇ ਸੀ, ਤੇ ਹੁਣ ਆਮ ਆਦਮੀ ਪਾਰਟੀ ਵਾਲੇ ਖੁਦ ਉਹਨਾਂ ਰੋਹ ਰੀਤਾਂ ਤੇ ਤੁਰ ਰਹੇ ਨੇ, ਜਿਹਦੇ ਕਰਕੇ ਕਈ ਸਵਾਲ ਨੇ ਜਿਹੜੇ ਉਹ ਖੜੇ ਹੋ ਰਹੇ ਨੇ। ਇੱਥੋਂ ਤੱਕ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਦੌਰਾ ਸੀ ਭਗਵੰਤ ਮਾਨ ਦਾ, ਸ਼੍ਰੀ ਦਰਬਾਰ ਸਾਹਿਬ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵੀ ਜਦੋਂ ਮੱਥਾ ਟੇਕਣ ਗਏ, ਜਿੰਨਾ ਸਰਕਾਰੀ ਸੁਰੱਖਿਆ ਅਮਲਾ ਭਗਵੰਤ ਮਾਨ ਸਾਹਿਬ ਦੇ ਨਾਲ ਸੀ, ਉੱਥੋਂ ਦੇ ਸ਼ਹਿਰ ਵਾਸੀਆਂ ਦੇ ਵਿੱਚ ਵੀ ਇਹ ਚਰਚਾ ਹੋ ਰਹੀ ਹੈ ਕਿ ਇਹ ਤਾਂ ਉਹ ਪਾਰਟੀ ਸੀ ਜਿਹੜੇ ਕਹਿੰਦੇ ਸੀ ਸਾਨੂੰ ਸੁਰੱਖਿਆ ਦੀ ਕੀ ਲੋੜ ਹੈ, ਐਮਐਲਏਆਂ ਨੂੰ, ਮੰਤਰੀਆਂ ਨੂੰ ਸੁਰੱਖਿਆ ਦੀ ਕੀ ਲੋੜ ਹੈ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਵੀ ਜੇ ਪਿਛਲੀਆਂ ਸਰਕਾਰਾਂ ਵੇਲੇ ਵੀ ਜੇ ਇਹਨਾਂ ਨੇ ਕੁਝ ਗਲਤ ਹੀ ਨਹੀਂ ਕੀਤਾ ਤੇ ਇਹਨਾਂ ਨੂੰ ਕਾਹਦਾ ਖਤਰਾ। ਹੁਣ ਲੋਕ ਇਹ ਘਰਾਂ 'ਚ ਬੈਠੇ ਇਹਨਾਂ ਦੇ ਬਿਆਨ ਯਾਦ ਕਰੀ ਜਾਂਦੇ ਨੇ, ਕਿਉਂਕਿ ਸੋਸ਼ਲ ਮੀਡੀਆ ਤੇ ਬਿਆਨ ਲੋਕ ਦੁਬਾਰਾ ਅੱਗੇ ਫਾਰਵਰਡ ਕਰ ਰਹੇ ਨੇ। ਸੋ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਸੁਚੇਤ ਹੋਣ ਦੀ ਲੋੜ ਹੈ। ਜਿਹੋ ਜਿਹੀਆਂ ਉਹਨਾਂ ਨੇ ਗੱਲਾਂ ਕੀਤੀਆਂ ਸੀ, ਵਾਅਦੇ ਕੀਤੇ ਸੀ, ਉਹਨਾਂ ਦੇ ਉੱਪਰ ਹੀ ਰਹਿਣ। ਜਿਹੜੀਆਂ ਗੱਲਾਂ ਲਈ ਦੂਜਿਆਂ ਨੂੰ ਨਿੰਦਦੇ ਸੀ ਉਹਨਾਂ ਤੋਂ ਬਚਣ, ਨਹੀਂ ਤਾਂ 24 ਨੇੜੇ ਹੈ, 24 'ਚ ਸਫਾਇਆ ਹੋ ਸਕਦਾ। ਜੀ ਡੱਲਾ ਜੀ, ਅਖੀਰ ਵਿੱਚ ਕਿਸੇ ਹੋਰ ਖਾਸ ਖਬਰ ਤੇ ਜੇਕਰ ਤੁਸੀਂ ਟਿੱਪਣੀ ਕਰਨਾ ਚਾਹੁੰਦੇ ਹੋ, ਜਾਣਕਾਰੀ ਜੋ ਹੈ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਤਾਂ ਮੈਂ ਜ਼ਰੂਰ ਚਾਹਾਂਗੀ ਕਿ ਉਹ ਖਬਰ ਵੀ ਆਪਾਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੀਏ। ਹਰਜੋਤ ਜੀ, ਮੈਂ ਅਖੀਰ 'ਚ ਗੱਲ ਭਾਰਤ ਭੂਸ਼ਣ ਆਸ਼ੂ ਦੀ ਵੀ ਕਰਨਾ ਚਾਹੂੰਗਾ। ਭਾਰਤ ਭੂਸ਼ਣ ਆਸ਼ੂ ਉਹਨਾਂ ਨੂੰ ਕੱਲ੍ਹ 14 ਦਿਨ ਦੀ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ। ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ 14 ਦਿਨਾਂ ਦੇ ਲਈ। ਔਰ ਭਾਰਤ ਭੂਸ਼ਣ ਆਸ਼ੂ ਉਹਨਾਂ ਦੇ ਮਾਮਲੇ ਦੇ ਵਿੱਚ ਜਿੱਦਾਂ ਹੀ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ, ਉਸ ਟੈਂਡਰ ਘੁਟਾਲੇ ਦੇ ਮਾਮਲੇ ਦੇ ਵਿੱਚ ਪਤਾ ਲੱਗਿਆ ਕਿ ਵਿਜੀਲੈਂਸ ਬਿਊਰੋ ਨੇ ਕੱਲ੍ਹ ਲੁਧਿਆਣਾ ਦਾ ਇੱਕ ਹਲਕਾ ਦਾਖਾ ਹੈ, ਹਲਕਾ ਦਾਖਾ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਦਾ ਇੱਕ ਬਹੁਤ ਕਰੀਬੀ ਆਗੂ ਹੈ, ਬਹੁਤ ਵੱਡੇ ਪੱਧਰ ਦਾ ਆਗੂ ਹੈ, ਚੋਣਾਂ ਵੀ ਉਹ ਵੱਡੇ ਪੱਧਰ ਦਾ ਆਗੂ ਕਈ ਵਾਰ ਲੜ ਚੁੱਕਿਆ।
ਸੋ ਉਸ ਵੱਡੇ ਪੱਧਰ ਦੇ ਆਗੂ ਦਾ ਇੱਕ ਨਜ਼ਦੀਕੀ ਸਾਥੀ ਸੀ, ਕਹਿੰਦੇ ਉਹ ਪ੍ਰਾਪਰਟੀ ਦਾ ਕੰਮ ਵੀ ਕਰਦਾ ਸੀ। ਸੋ ਕੱਲ ਕਹਿੰਦੇ ਵਿਜੀਲੈਂਸ ਬਿਊਰੋ ਨੇ ਉਹਦੇ ਘਰੇ ਰੇਡ ਕੀਤੀ ਹੈ। ਹੁਣ ਉਹਦੇ ਚੋਂ ਕੀ ਮਿਲਿਆ ਕੀ ਨਹੀਂ ਮਿਲਿਆ ਇਹ ਇੱਕ ਵੱਖਰੀ ਜਾਂਚ ਦਾ ਵਿਸ਼ਾ ਹੈ, ਇਹ ਸਾਡੇ ਸਾਹਮਣੇ ਸਾਰੀਆਂ ਗੱਲਾਂ ਆ ਜਾਣਗੀਆਂ। ਪਰ ਇੱਕ ਗੱਲ ਸਾਫ਼ ਹੋ ਗਈ ਕਿ ਟੈਂਡਰ ਘੁਟਾਲਿਆਂ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਤੋਂ ਬਾਅਦ ਹੁਣ ਕਿਹੜੇ ਸਾਬਕਾ ਮੰਤਰੀ ਦਾ, ਲੀਡਰ ਦਾ, ਐਕਸ ਵਿਧਾਇਕ ਦਾ, ਐਕਸ ਐਮਐਲਏ ਦਾ, ਐਕਸ ਹਲਕਾ ਇੰਚਾਰਜ ਦਾ, ਐਕਸ ਅਹੁਦੇਦਾਰ ਦਾ ਨੰਬਰ ਲੱਗੂਗਾ। ਸਾਰਿਆਂ ਦੀ ਨਜ਼ਰ ਇਸ ਪਾਸੇ ਤੇ ਹੈ ਕਿਉਂਕਿ 18-19 ਸ਼ਿਕਾਇਤਾਂ ਪੰਜਾਬ ਦੇ ਵਿੱਚੋਂ ਟੈਂਡਰ ਘੁਟਾਲੇ ਦੇ ਵਿੱਚ ਗਈਆਂ ਹੋਈਆਂ ਨੇ ਔਰ 18-19 ਸ਼ਿਕਾਇਤਾਂ ਤੋਂ ਬਾਅਦ ਲਗਾਤਾਰ ਵਿਜੀਲੈਂਸ ਬਿਊਰੋ ਹਰਕਤ 'ਚ ਹੈ। ਹਰ ਜ਼ਿਲ੍ਹੇ ਦੇ ਵਿੱਚ ਵਿਜੀਲੈਂਸ ਬਿਊਰੋ ਹੈ ਜਿਹੜਾ ਉਹ ਆਪਣੇ ਪੱਧਰ ਤੇ ਸ਼ਿਕਾਇਤ ਨੂੰ ਦੇਖ ਰਿਹਾ ਹੈ। ਹੁਣ ਪਤਾ ਹੀ ਲੱਗਿਆ ਕਿ ਆਉਂਦੇ ਦਿਨਾਂ ਦੇ ਵਿੱਚ ਛਾਪੇਮਾਰੀ ਬਹੁਤ ਜ਼ਿਆਦਾ ਵਧੇਗੀ ਔਰ ਕਈ ਜਗ੍ਹਾ ਦੇ ਉੱਤੇ ਜਿਹੜਾ ਵਿਜੀਲੈਂਸ ਬਿਊਰੋ ਹੈ ਉਹ ਕੇਸ ਵੀ ਨਵੇਂ ਦਰਜ ਕਰੇਗਾ। ਭਾਰਤ ਭੂਸ਼ਣ ਆਸ਼ੂ ਭਾਵੇਂ ਜੇਲ੍ਹ ਚਲੇ ਗਏ ਨੇ, ਵਿਜੀਲੈਂਸ ਬਿਊਰੋ ਦਾ ਕਹਿਣਾ ਕਿ ਸਾਡੇ ਕੋਲੇ ਕਈ ਸਬੂਤ ਨੇ, ਜਦੋਂ ਜ਼ਰੂਰਤ ਪਊਗੀ ਭਾਰਤ ਭੂਸ਼ਣ ਆਸ਼ੂ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਜੇਲ੍ਹ ਚੋਂ ਵਿਜੀਲੈਂਸ ਬਿਊਰੋ ਦੇ ਦਫ਼ਤਰ ਲੈ ਕੇ ਆਵਾਂਗੇ। ਸੋ ਇਸ ਤਰੀਕੇ ਦੇ ਜਿਹੜੇ ਅਪਡੇਟ ਨੇ ਉਹ ਭਾਰਤ ਭੂਸ਼ਣ ਆਸ਼ੂ ਔਰ ਵਿਜੀਲੈਂਸ ਬਿਊਰੋ ਦੀ ਕਾਰਵਾਈ ਦੇ ਨਾਲ ਜੁੜੇ ਹੋਏ ਸਾਡੇ ਕੋਲੇ ਆ ਰਹੇ ਨੇ। ਨਹੀਂ, ਇਹ ਸੀਗਾ ਦੇਖੋ ਜਿਹੜਾ ਸੀਗਾ ਅੱਜ ਮਿਨਿਸਟਰ ਆਸ਼ੂ ਜੀ ਨੂੰ ਪੇਸ਼ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਵਿਜੀਲੈਂਸ ਵੱਲੋਂ ਪ੍ਰੋਸੀਕਿਊਸ਼ਨ ਵੱਲੋਂ 3 ਦਿਨ ਦਾ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਗਈ ਸੀ। ਬਟ ਉਹਦੇ ਦੱਸੇ ਸੀ ਅਸੀਂ ਜੋ ਗਰਾਊਂਡ ਸੀਗੇ, ਪਰ ਆਨਰੇਬਲ ਕੋਰਟ ਨੇ ਉਹਨਾਂ ਨੂੰ ਜਿਹੜਾ ਹੈਗਾ ਜੁਡੀਸ਼ੀਅਲ ਭੇਜਿਆ ਤੇ ਹੁਣ ਜੁਡੀਸ਼ੀਅਲ ਰਿਮਾਂਡ 14 ਡੇਜ਼ ਦਾ ਹੀ ਹੁੰਦਾ। ਨੈਕਸਟ 14 ਡੇਜ਼ ਬਾਅਦ ਉਹਨੂੰ ਦੁਬਾਰਾ ਫਿਰ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ। ਸਰ ਕਿਹੜੇ ਤੱਥ ਮੰਗੇ ਗਏ ਸੀ? ਕੋਈ ਜਾਇਦਾਦ ਦੀ ਵੀ ਗੱਲ ਕੀਤੀ ਜਾ ਰਹੀ ਹੈ? ਕੁਛ ਚੱਲ ਜੋ ਸੀਗੇ ਕਾਫੀ ਰਿਕਾਰਡ ਦੇ ਸੀਗਾ, ਕੁਛ ਰਿਕਾਰਡ ਹਜੇ ਜਿਹੜਾ ਮਤਲਬ ਕਿ ਲੈਣਾ ਬਾਕੀ ਸੀ, ਰਿਕਾਰਡ ਸਾਨੂੰ ਨਹੀਂ ਸੀ ਮਿਲ ਸਕਿਆ। ਉਹਦੇ ਇੱਕੋ ਗਰਾਊਂਡ ਸੀਗਾ, 1-2 ਹੋਰ ਸੀ, ਕੁਛ ਬੰਦੇ ਸਾਨੂੰ ਮਿਲੇ ਸੀ ਜਿਨ੍ਹਾਂ ਨੇ ਪਿਛਲੇ ਸਾਲ ਦੇ ਵਿੱਚ ਕੁਛ ਪ੍ਰੋਪਰਟੀਜ਼ ਪਰਚੇਜ਼ ਕੀਤੀਆਂ ਹੋਈਆਂ ਨੇ ਕਾਫੀ ਜ਼ਿਆਦਾ ਰੇਟ ਦੀਆਂ ਐਂਡ ਜਿਹੜੇ ਉਹ ਹੈਗੇ ਨੇ ਉਹ ਕਲੋਜ਼ ਐਸੋਸੀਏਟਡ ਸੀਗੇ ਇਹਨਾਂ ਨਾਲ ਦੇ ਬੰਦਿਆਂ ਦੇ। ਦੈਟਸ ਉਹਨਾਂ ਇਹ ਗਰਾਊਂਡ ਸੀਗੇ ਕਿ ਉਹਨਾਂ ਨੂੰ ਅਸੀਂ ਵੈਰੀਫਾਈ ਕਰਨਾ ਕਿ ਉਹਦੇ ਵਿੱਚ ਕਿਸੇ ਦਾ ਜਿਹੜਾ ਹੈਗਾ ਨਾ ਜਿਹੜੇ ਅਕਿਊਜ਼ ਨੇ ਸਾਰੇ ਇਹਨਾਂ ਦਾ ਰੋਲ ਹੈ ਕਿ ਨਹੀਂ ਹੈ। ਬਟ ਉਸ ਨੂੰ ਕੋਰਟ ਨੇ ਡਿਨਾਈ ਕੀਤਾ ਫਿਲਹਾਲ, ਕਿਉਂਕਿ ਹੀ ਆਲਰੇਡੀ 8 ਦਿਨ ਦੇ ਰਿਮਾਂਡ ਹੋ ਚੁੱਕਾ ਸੀ ਇਸ ਗਰਾਊਂਡ 'ਤੇ ਕਰਕੇ ਡਿਨਾਈ ਕੀਤਾ ਹੈਗਾ। ਸੋ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਤੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣੇ ਸੁਝਾਅ, ਆਪਣੇ ਵਿਚਾਰ ਸਾਡੇ ਤੱਕ ਪਹੁੰਚਾਉਂਦੇ ਨੇ ਕਮੈਂਟਸ ਦੇ ਜ਼ਰੀਏ। ਤਾਂ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਬਹੁਤ ਧੰਨਵਾਦ ਹਰਜੋਤ ਜੀ, ਬਹੁਤ ਧੰਨਵਾਦ।